सतनाम वाहिगुरु साहिब जियो। बिलावल महला पंजवा। दोष न काहूं दीजिए प्रभ अपना ध्याइए। जित सेवियां सुख होए कणा मन सोई गाइए। दोष न काहूं दीजिए प्रभ अपना ध्याइए। जित सेवियां सुख होए कणा मन सोई गाइए। कहिए काए प्यारे तुझ बिना तुम दयाल स्वामी। सब अवगण हमारा। ज्यों तुम राखो त्यों रहा अवर नहीं चारा। नीतरिया तर तेरिया एक नाम आधारा। जो तुम करो सोई भला मन लेता मुक्ता। सगल समगरी तेरिया सब तेरी जुगता। चरण पखारूं कर सेवा जे ठाकुर भावै। हो कृपाल दयाल प्रभ नानक गुण गावै। चरण पखारूं कर सेवा जे ठाकुर भावै। हो कृपाल दयाल प्रभ नानक गुण गावै। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी की अपार बख्शिश संध्या समय संगत दियां कड़ियां असीं प्राप्त कीतियां ने। अजे हुणे आप गुरबाणी कीर्तन दा आनंद माण रहे सी। हुण समा बने गुर शब्द व्याख्या दा। इस गोचरे बिलावल राग विच रचित गुरु अर्जन साहिब जी दे पावन चौपदियां दे उपदेश असीं विचारदे हां। इस लड़ी विच आप जी ने अगलेरा शब्द सरवण कीता है। विचार हमेशा की तरह रहाओ दे पदे तो प्रारंभ कर रहे हाँ। सब जिक्र कर रहे ने कहिए काए प्यारे तुझ बिना तुम दयाल स्वामी सब अवगन हमा। रहाओ जिवें बीते च आपने शब्द विचार सरवण कीती है। ये सारे शब्दों च एक साझा संदेश भी आ रहा है। अपने आपे दे सुधार वास्ते अपनियां कमियां खामियां औगुण इन्हां नूं गुरु महाराज कहिंदे कि सैल्फ एनालिसिस करना। ये आत्म सुधार वास्ते है। दो तरह के असीं रंग देखते हैं। एक हुंदा है कि बंदा अपने बाबत एक नैगेटिव नरेटिव बना लवे तो उहदे विच रह के इनफीरीयर लैवल ते आ जाए। बाणी का कॉन्सैप्ट नहीं हैगा। बाणी का कॉन्सैप्ट ये है कि मन क्यों बैराग करेगा सतगुर मेरा पूरा। मना जो मर्जी हो जाए तेनू बैराग करने की रुदन करने की लोड़ नहीं है ना। क्योंकि तेरा सतगुरु पूरा है। तेरे को वैद पूरा आया तेरा राखा पूरा आया। हाँ ये जरूर है कि उस वैद दी उस मास्टर दी उस टीचर दी तू बात नू मन जिवें जिवें कहिंदा उवें उवें करी जा। इसलिए
ਇਹ ਸਾਰੀ ਦੇ ਵਿੱਚ ਕੋਈ ਇਨਫੀਰੀਅਰ ਲੈਵਲ ਨਹੀਂ ਹੈਗਾ, ਬਲਕਿ ਸਾਰੇ 'ਚ ਇੱਕ ਬੜਾ ਆਪਟੀਮਿਜ਼ਮ ਲੈਵਲ 'ਤੇ ਬਾਤ ਹੋ ਰਹੀ ਹੈ, ਆਪਟੀਮਿਸਟਿਕ ਵੇ ਦੇ ਨਾਲ ਵੀ ਸਾਡੇ ਅੰਤਰ ਉਥਾਨ ਦੀ ਬਾਤ ਹੋ ਰਹੀ ਹੈ। ਪਰ ਹਾਂ, ਰੈਪੀਟੀਸ਼ਨ ਵਿੱਚ ਚੀਜ਼ਾਂ ਆਉਣਗੀਆਂ। ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਕਿਉਂਕਿ ਲਗਾਤਾਰ ਇਸ ਕਿਸਮ ਦੇ ਸ਼ਬਦ ਅਸੀਂ ਪੜ੍ਹ ਰਹੇ ਹਾਂ। ਖੈਰ, ਬਚਨ ਅਸੀਂ ਵਿਚਾਰ ਪ੍ਰਾਰੰਭ ਕਰਦੇ ਹਾਂ ਰਹਾਉ ਦੇ ਪਦੇ ਤੋਂ। ਸਭ ਕਹਿ ਰਹੇ ਸੀ ਕਿ ਕਹੀਏ ਕਾਏ ਪਿਆਰੇ ਤੁਝ ਬਿਨਾ। ਕਹੀਏ ਕਾਏ, ਕਾਏ ਦਾ ਮਤਲਬ ਇੱਥੇ ਕਿਸ ਨੂੰ, ਵੀ ਹੇ ਅਕਾਲ ਪੁਰਖ ਵਾਹਿਗੁਰੂ, ਜੇ ਮੈਂ ਆਪਣਾ ਦੁੱਖ ਤੈਨੂੰ ਨਹੀਂ ਦੱਸਾਂਗਾ ਤੇ ਕਿਹਨੂੰ ਦੱਸਾਂਗਾ? ਤੇਰੇ ਤੋਂ ਬਿਨਾਂ ਮੇਰਾ ਹੈ ਕੌਣ ਹੈ ਜਿਹੜੇ ਮੇਰੇ ਦੁੱਖ ਦਾ ਭਾਈਵਾਲ ਹੈ? ਇਹਨੂੰ ਇਸ ਰੂਪ ਵਿੱਚ ਹੋਰ ਸਮਝ ਲਈਏ। ਜਿਵੇਂ ਅੱਜ ਕੱਲ੍ਹ ਤਾਂ ਬੜੀ ਇੱਥੇ ਬਾਤ ਹੋ ਰਹੀ ਹੈ। ਮੈਂ ਅਜੇ ਹੁਣੇ CBC 'ਤੇ ਕੁਝ ਚੀਜ਼ਾਂ ਸੁਣ ਰਿਹਾ ਸੀਗਾ, ਅਤੇ ਜਿਹੜਾ ਵਰਲਡ ਵਾਈਡ ਵੈਦਰ ਦਾ ਇੱਕ ਡਰਾਸਟਿਕ, ਬੜਾ ਡਰਾਵਣਾ ਇੱਕ ਭੈਵਹ ਤਸਵੀਰ ਆ ਰਹੀ ਹੈ ਸਾਹਮਣੇ। ਅਤੇ ਇੱਥੇ ਜੇ ਕਿ ਸ਼ੁਰੂਆਤ ਕਈ ਮੰਨੀ ਜਾ ਰਹੀ ਹੈ, ਕਿਉਂਕਿ ਲੰਬੇ ਸਮੇਂ ਤੋਂ ਗੱਲ ਹੋ ਰਹੀ ਸੀ ਕਿ ਵੈਦਰ ਇਜ਼ ਚੇਂਜਿੰਗ, ਇਨਵਾਇਰਮੈਂਟਸ ਨੀਡਸ ਮੋਰ ਅਟੈਂਸ਼ਨ, ਬਟ ਐਜ਼ ਏ ਹਿਊਮਨ, ਐਜ਼ ਏ whole human race, we were not doing anything collectively toward that side, and most of the time we are not aware that it's happening, ਕਿਉਂਕਿ ਸਾਡੀ ਇੱਕ ਇਸ ਕਿਸਮ ਦੀ ਪ੍ਰਵਿਰਤੀ ਹੈ ਕਿ ਬੜੇ ਪੈਸਿਵ ਵੇ ਦੇ ਨਾਲ ਇਸ ਚੀਜ਼ ਨੂੰ ਦੇਖਣਾ। ਅਤੇ ਹੁਣ ਜਿਵੇਂ ਵੈਨਕੂਵਰ ਦੇ 'ਚ ਗੱਲ ਹੋ ਰਹੀ ਸੀਗੀ, ਅਜੇ ਇੱਕ ਬਾਤ ਮੁੱਕੀ ਨਹੀਂ ਗਈ, ਸੈਕਿੰਡ ਲੈਵਲ 'ਤੇ ਦੁਬਾਰਾ ਫਿਰ ਉਸੇ ਕਿਸਮ ਦੇ ਨਾਲ ਐਟਮੋਸਫਿਕ ਰਿਵਰਸ ਆ ਰਹੇ ਨੇ, ਜਿਹਨੂੰ ਅਸੀਂ ਬੱਦਲ ਫਟਣਾ ਕਹਿੰਦੇ ਹਾਂ, ਵੀ ਇੱਕਦਮ ਪਾਣੀ ਦਾ ਪਾਣੀ ਜਿਹੜਾ ਹੈਗਾ ਧਰਤੀ 'ਤੇ ਡਿੱਗ ਜਾਣਾ, ਉਸ ਤਰੀਕੇ ਦੀ ਬਾਤ ਹੋ ਰਹੀ ਹੈ। ਕੀਨੀਆ ਦੇ ਵਿੱਚ ਲੈਂਡਸਲਾਈਡਸ ਦੀ ਗੱਲ ਹੋ ਰਹੀ ਹੈ ਬੜੀ ਵੱਡੇ ਲੈਵਲ 'ਤੇ। ਨਾਲ ਦੀ ਨਾਲ ਉਹ ਕਹਿ ਰਹੇ ਸੀ ਕਿ ਇਹਦਾ ਸਾਰਾ ਪ੍ਰਭਾਵ ਬੰਦੇ ਦੀ ਮੈਂਟਲ ਹੈਲਥ 'ਤੇ ਵੀ ਪੈ ਰਿਹਾ। ਜਦੋਂ ਬੰਦਾ, ਖਾਸ ਕਰਕੇ ਚਲੋ ਵੱਡੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਕਿਸੇ ਤਰੀਕੇ ਦੇ ਨਾਲ ਕਰਦੇ, ਬੱਚੇ ਦੇ ਗੈਟ ਐਕਚੁਅਲੀ ਕਾਈਂਡ ਆਫ ਸਟਕ ਇਨ ਦੀਸ ਸਿਚੁਏਸ਼ਨਸ। ਈਵਨ ਸਾਡੇ ਬੜੇ ਵੱਡੇ ਕੈਨੇਡੀਅਨ ਸਕਾਲਰ ਨੇ, ਮੈਂਟਲ ਹੈਲਥ 'ਚ ਕੰਮ ਕਰਦੇ, ਡਾਕਟਰ ਗੈਬਰ ਮੈਟੇ, ਹੰਗੇਰੀਅਨ ਜਿਊ ਹੈ, ਅਤੇ ਉਹਦੇ ਜੀਵਨ ਵਿੱਚ ਆਪਣੇ ਵਿੱਚ ਵੀ ਐਡਿਕਸ਼ਨ ਵੀ ਆਈ, ਬਹੁਤ ਸਾਰੇ ਹੋਰ ਇਸ਼ੂਜ਼ ਵੀ ਆਏ, ਉਹ ADD ਵੀ ਡਾਇਗਨੋਸ ਹੋਇਆ ਉਹ। ਅਤੇ ਉਹ ਜਿਵੇਂ ਉਸ ਆਪਣੀ ਜਰਨੀ ਦੇ ਥਰੂ ਗਿਆ ਬੰਦਾ, ਅਤੇ ਜਰਨੀ ਦੇ ਥਰੂ ਜਾਂਦਾ ਹੋਇਆ ਉਹ ਕਹਿੰਦਾ ਕਿ ਐਕਚੁਅਲੀ ਨਾ ਮੈਨੂੰ ਲੰਬਾ ਸਮਾਂ ਬੜੀ ਸਟਰਗਲ ਰਹੀ ਮੇਰੀ, ਕਿਉਂਕਿ ਮੈਨੂੰ ਜਿਹੜੇ ਇਸ਼ੂਜ਼ ਸੀਗੇ, ਮੈਨੂੰ ਪਹਿਲਾਂ ਤਾਂ ਉਹਨਾਂ ਦੇ ਰੂਟਸ ਨਹੀਂ ਸੀ ਲੱਭ ਰਹੇ। ਜਦੋਂ ਮੈਂ ਰੂਟਸ ਵਿੱਚ ਬੜੀ ਡੀਪ ਲੈਵਲ 'ਤੇ, ਹਾਲਾਂਕਿ ਆਪ ਬੰਦਾ ਫਿਜ਼ੀਸ਼ੀਅਨ ਹੈ, ਮੈਡੀਕਲ ਪ੍ਰੋਫੈਸ਼ਨ ਦੇ ਵਿੱਚੋਂ ਹੈ, ਬੜਾ ਹਿਊਮਨ ਵੈਲਿਊਜ਼ ਦੇ ਨਾਲ ਲਬਰੇਸ, ਬੜਾ ਮਤਲਬ ਐਕਸਰਸਾਈਜ਼ ਕਰਨ ਵਾਲਾ ਬੰਦਾ ਆ। ਲੰਬਾ ਸਮਾਂ ਜਿਹੜੇ ਲੋਕ ਐਡਿਕਸ਼ਨ ਨਾਲ ਦੋ ਚਾਰ ਹੁੰਦੇ ਰਹੇ, ਉਹਨਾਂ ਦੀ ਮਦਦ ਕਰਦਿਆਂ ਹੋਇਆਂ ਬਤੀਤ ਕੀਤੀ ਜੀਵਨ ਵਿੱਚ। ਖੈਰ, ਕਹਿੰਦਾ ਕਿ ਜਦੋਂ ਇਸ ਲੈਵਲ 'ਤੇ ਆਪਣੇ ਆਪ ਬਾਰੇ ਰਿਸਰਚ ਕੀਤੀ, ਡੀਪ ਲੈਵਲ 'ਤੇ ਸੋਚਿਆ ਸਭ, ਫਿਰ ਅਖੀਰ ਪਤਾ ਲੱਗਾ ਕਿ ਅਸਲ ਦੇ ਵਿੱਚ ਮੇਰੇ ਅੰਦਰ ਇੱਕ ਟਰਾਮਾ ਆ। ਇਹ ਟਰਾਮਾ ਕਿਸੇ ਹੋਰ ਸਮੇਂ ਦਾ ਨਹੀਂ। ਜਦੋਂ ਮੈਂ ਬਹੁਤ ਛੋਟਾ ਜਿਹਾ ਵਾਂ, ਅਤੇ ਜਦੋਂ ਖਾਸ ਕਰਕੇ ਨਾਜ਼ੀਜ਼ਮ ਚੱਲ ਰਿਹਾ ਹੈ ਹੰਗਰੀ ਦੇ ਵਿੱਚ, ਆਸਟਰੀਆ ਦੇ ਵਿੱਚ ਜਰਮਨਸ ਕੰਟਰੋਲ ਕਰ ਰਹੇ ਨੇ, ਅਤੇ ਜਿਊਜ਼ ਨੂੰ ਵੱਡੇ ਲੈਵਲ 'ਤੇ ਓਪਰੈਸ ਕੀਤਾ ਜਾ ਰਿਹਾ ਹੈ। ਅਤੇ ਕਹਿੰਦੇ ਉਸ ਸਮੇਂ ਦਾ ਮੇਰੇ ਆਪਣੇ ਛੋਟੇ ਜਿਹੇ ਬਾਲ ਮਨ ਦੇ ਵਿੱਚ ਇੱਕ ਓਪਰੈਸਿਵ ਵੇ ਦੇ ਨਾਲ ਇੱਕ ਡਰ ਚਲਾ ਗਿਆ। ਉਸ ਡਰ ਨੂੰ ਮੈਂ ਕਦੀ ਡੀਲ ਨਾ ਕਰ ਪਾਇਆ, ਕਦੀ ਉਸ ਨੂੰ ਮੈਂ ਈਵਨ ਰਿਕਗਨਾਈਜ਼ ਵੀ ਨਾ ਕਰ ਪਾਇਆ। ਅਤੇ ਉਸ ਚੀਜ਼ ਦੇ, ਉਸ ਇੱਕ ਡਰ ਦੇ ਨਾਲ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਨਰੇਟ ਹੋ ਗਈਆਂ। ਇਸ ਨੂੰ ਮੈਂ ਸਰਲ ਮੈਟਾਫੋਰ 'ਚ ਪਾ ਕੇ ਦਿੰਦਾ ਵਾਂ ਕਿ ਜਿਵੇਂ ਨਾ ਸਪੋਜ਼ ਕਰੋ ਕੋਈ ਘਰ ਦੇ ਵਿੱਚ ਕਿਸੇ ਲੁਕਵੀਂ ਨੁੱਕਰ ਦੇ ਵਿੱਚ, ਕਿਸੇ ਫਰਨੀਚਰ ਦੇ ਥੱਲੇ, ਕਿਸੇ ਜਗ੍ਹਾ ਦੇ ਵਿੱਚ ਕੋਈ ਬ੍ਰੈਡ ਦਾ ਪੀਸ ਕਹਿ ਲਓ, ਜਾਂ ਕੋਈ ਹੋਰ ਈਵਨ ਕੋਈ ਐਨੀ ਸੋਰਟ ਆਫ ਫੂਡ ਕਹਿ ਲਓ, ਉਹ ਫੂਡ ਉੱਥੇ ਪਿਆ ਰਹੇ। ਹੁਣ ਫੂਡ ਪਿਆ ਰਹੇ ਤਾਂ ਹੌਲੀ ਹੌਲੀ ਕੀ ਹੋਏਗਾ, ਉਸ ਫੂਡ ਦੇ ਵਿੱਚੋਂ ਉਹਨੂੰ ਫੰਗਸ ਲੱਗੇਗੀ, ਉੱਲੀ ਲੱਗੇਗੀ,
ਉਹਦੇ 'ਚ ਕੀੜੇ ਚੱਲਣਗੇ, ਸੜਹਾਂਦ ਆਏਗੀ। ਬੰਦਾ ਘਰ ਦੀ ਸੜਹਾਂਦ ਨੂੰ ਦੂਰ ਕਰਨ ਵਾਸਤੇ ਵੱਖਰੇ ਵੱਖਰੇ ਫ੍ਰੈਗਰੈਂਸ ਲੈ ਕੇ ਆਵੇ, ਰੂਮ ਫਰੈਸ਼ਨਰਸ ਲੈ ਕੇ ਆਵੇ, ਹੋਰ ਸਾਰੀ ਸਾਫ ਸਫਾਈ ਕਰੇ, ਪੋਚੇ ਲਾਏ, ਸਭ ਕੁਝ, ਪਰ ਜਿਹੜੀ ਉਹ ਚੀਜ਼ ਪਈ ਉੱਥੇ ਪਈ ਰਹੇ, ਉਹਨੂੰ ਨਜ਼ਰ ਹੀ ਨਾ ਪਏ ਤਾਂ ਅਲਟੀਮੇਟਲੀ ਕੀ ਹੋਏਗਾ? ਸਾਰੀ ਐਫਰਟ ਜਿਹੜੀ ਹੈ ਉਹ ਡਰੇਨ ਹੋ ਜਾਏਗੀ। ਹਾਂ, ਇਸ ਸਾਰੀ ਐਫਰਟ ਦੀ ਕਈ ਵਾਰੀ ਬਹੁਤੀ ਲੋੜ ਨਹੀਂ ਪਏਗੀ ਜੇਕਰ ਐਗਜ਼ੈਕਟਲੀ ਉਸ ਜਗ੍ਹਾ 'ਤੇ ਪਹੁੰਚ ਜਾਏ ਅਤੇ ਉਸ ਨੂੰ ਉੱਥੋਂ ਰਿਮੂਵ ਕਰ ਦੇ, ਉਹਦਾ ਟਰੀਟਮੈਂਟ ਹੋ ਜਾਏ, ਉਹਨੂੰ ਸਫਾਈ ਕਰ ਲਵੇ। ਤੇ ਸਾਡੀ ਦੁਨੀਆ ਵਿੱਚ ਵੀ ਕਈ ਵਾਰੀ ਐਸੀਆਂ ਚੀਜ਼ਾਂ ਹੁੰਦੀਆਂ, ਅਸੀਂ ਕੋਈ ਡਰ, ਕੋਈ ਐਪੀਸੋਡ, ਕੋਈ ਚੀਜ਼, ਇਹਦੇ ਬਾਬਤ ਅੱਜ ਤੇ ਬਹੁਤ ਵੱਖਰੇ ਵੱਖਰੇ ਤਰੀਕੇ ਨਾਲ ਗੱਲਾਂ ਹੁੰਦੀਆਂ। ਬਾਤ ਕਰਦਾ ਕਿ ਉਸ ਬਚਪਨ ਦੇ ਡਰ ਨੂੰ, ਉਹਨਾਂ ਕੈਂਪਾਂ ਵਿੱਚ ਰਹਿਣਾ, ਉੱਥੇ ਇੱਕ ਅਜੀਬ ਤਰ੍ਹਾਂ ਦੀ ਮਤਲਬ ਇੱਕ ਡਰ ਦੇ ਭਾਵ ਵੀ ਪਤਾ ਨਹੀਂ ਅਗਲੇ ਪਲ ਕੀ ਹੋ ਜਾਣਾ ਆ, ਉਸ ਨੂੰ ਮੈਂ ਸਾਰੀ ਉਮਰ ਨਾਲ ਕੈਰੀ ਕਰਕੇ ਰੱਖਿਆ। ਉਦੋਂ ਬੋਲ ਨਹੀਂ ਪਾਇਆ ਕਿਉਂਕਿ ਉਦੋਂ ਬੱਚਾ ਸੀਗਾ। ਵੱਡਾ ਹੋ ਗਿਆ, ਉਦੋਂ ਲੱਗਾ ਹੋਰ ਚੀਜ਼ਾਂ ਨੇ, ਅਸਲ 'ਚ ਇਹ ਪ੍ਰੋਬਲਮ ਨਹੀਂ ਹੈਗੀ। ਅਖੀਰ ਜਦੋਂ ਫਿਰ ਉਹ ਪ੍ਰੋਬਲਮ ਦਾ ਅਹਿਸਾਸ ਹੋਇਆ, ਹੌਲੀ ਹੌਲੀ ਕਰਕੇ ਫਿਰ ਬੋਲਿਆ, ਜਦੋਂ ਬੋਲਿਆ ਤੇ ਫਿਰ ਕੁਝ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਰਿਲੀਫ ਮਹਿਸੂਸ ਕੀਤਾ। ਫਿਰ ਹੌਲੀ ਹੌਲੀ ਉਹਦਾ ਟਰੀਟਮੈਂਟ ਵੀ ਕੀਤਾ। ਫਿਰ ਉਹਨੂੰ ਸਹੀ ਰੂਪ 'ਚ ਆਪਣੇ ਆਪ ਨੂੰ ਜੱਜ ਕਰਨ ਦੀ ਬਜਾਏ, ਆਪਣੇ ਆਪ ਨੂੰ ਕੋਸਣ ਦੀ ਬਜਾਏ, ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਬਲੇਮ ਦੇਣ ਦੀ ਬਜਾਏ ਚੀਜ਼ਾਂ ਸਹੀ ਪਰਸਪੈਕਟਿਵ ਵਿੱਚ ਸਮਝ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਇਹੋ ਚੀਜ਼ ਗੁਰੂ ਮਹਾਰਾਜ ਬਾਣੀ 'ਚ ਇੱਕ ਵੱਖਰੇ ਐਂਗਲ ਤੋਂ ਸਮਝਾ ਰਹੇ ਸੈਂਕੜੇ ਵਰੇ ਪਹਿਲਾਂ। ਅੱਜ ਵੀ ਕਿਹਾ ਜਾ ਰਿਹਾ, ਮੈਂ ਫਿਰ ਬੇਨਤੀ ਕਰਾਂ, ਬੋਲੋ, ਦੱਸੋ, ਗੱਲ ਕਰੋ, ਅੰਦਰ ਨਾ ਰੱਖੋ। ਪਰ ਬੰਦਾ ਕਹਿੰਦਾ ਗੱਲ ਕਿਹਦੇ ਅੱਗੇ ਕਰਾਂ? ਜਿਹਦੇ ਅੱਗੇ ਇੱਕ ਗੱਲ ਕਰਾਂਗਾ ਅਗਲਾ 50 ਬਣਾ ਕੇ ਹੋਰਾਂ ਨੂੰ ਦੱਸੇਗਾ। ਦੈਨ ਇਹ ਸਮਾਜਾਂ ਦੀ ਇੱਕ ਵੱਡੀ ਤਕਲੀਫ ਰਹੀ। ਇਸ ਨੂੰ ਅੱਜ ਜਿਹੜਾ ਲਿਟਰੇਚਰ ਇਹ ਬਿਆਨ ਕਰਦਾ, ਉਹਦੇ ਅੱਗੇ ਬੋਲੋ ਹੂ ਇਜ਼ ਨੋਨ ਜਜਮੈਂਟਲ, ਜਿਹੜਾ ਤੁਹਾਨੂੰ ਪਹਿਲਾਂ ਜੱਜ ਨਾ ਕਰੇ। ਦੂਸਰਾ ਉਹਦੇ ਅੱਗੇ ਬੋਲੋ ਜਿਹੜਾ ਤੁਹਾਡੀ ਸੀਕ੍ਰੇਸੀ ਨੂੰ, ਜਿਹੜੀ ਤੁਹਾਡੀ ਪ੍ਰਾਈਵੇਸੀ ਹੈ, ਉਸ ਨੂੰ ਕਿਸੇ ਲੈਵਲ ਤੇ ਹਰਟ ਨਾ ਕਰੇ, ਹਾਰਮ ਨਾ ਕਰੇ, ਜੈਪਟਾਈਜ਼ ਨਾ ਕਰੇ। ਇੱਥੇ ਫਿਰ ਉਹ ਸਾਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ। ਗੁਰਮਤ ਸਕੂਲ 'ਚ ਕਿੰਨੇ ਕਮਾਲ ਦੀਆਂ ਚੀਜ਼ਾਂ ਬਣਾਈਆਂ ਸੈਂਕੜੇ ਵਰੇ ਪਹਿਲਾਂ। ਸਾਨੂੰ ਕਿਹਾ, ਮਨਾ ਜੇ ਕੋਈ ਨਹੀਂ ਸੁਣਦਾ ਤੇਰਾ ਗੁਰੂ ਸੁਣੇਗਾ। ਗੁਰੂ ਅੱਗੇ ਅਰਦਾਸ ਕਰ, ਗੁਰੂ ਅੱਗੇ ਆ ਕੇ ਪ੍ਰਾਰਥਨਾ ਕਰ। ਇਸ ਤੋਂ ਪਹਿਲਾਂ ਕਿ ਮੈਂ ਇਸ ਨੂੰ ਅੱਗੇ ਹੋਰ ਲੈ ਕੇ ਜਾਵਾਂ, ਅਕਸਰ ਗੱਲਾਂ ਹੁੰਦੀਆਂ ਰਹੀਆਂ ਇਹਦੇ ਬਾਬਤ। ਰਸ਼ੀਅਨ ਰਾਈਟਰ ਹੈ, ਬੜਾ ਮਕਬੂਲ ਰਾਈਟਰ, ਐਂਥਨ ਚੈਖਵ। ਆਪਨੇ ਸ਼ਾਇਦ ਕਦੀ ਨਾਮ ਸੁਣਿਆ ਹੋਏ। ਬੜਾ ਵਰਲਡ ਰਿਨਾਊਂਡ ਰਾਈਟਰ ਹੈ। ਬੜੀਆਂ ਹਿਊਮਨ ਵੈਲਿਊ ਬੇਸਡ ਬੜੀਆਂ ਕਮਾਲ ਦੀਆਂ ਚੀਜ਼ਾਂ ਲਿਖੀਆਂ ਉਸਨੇ। ਉਹਦੀ ਕਹਾਣੀ ਹੈ ਗਰੀਫ, ਦੁੱਖ। ਐਕਚੁਅਲੀ ਹੋਇਆ ਕਿ ਰਸ਼ੀਅਨ ਜ਼ਾਰ, ਉਹ ਰਸ਼ੀਆ ਨੂੰ ਇੱਕ ਵੱਡੇ ਹਿੱਸੇ ਨੂੰ ਰਨ ਕਰਦਾ ਹੈ। ਤਾਨਾਸ਼ਾਹ ਆ, ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਓਪਰੈਸ ਕਰਦਾ, ਉਹਨਾਂ 'ਤੇ ਜ਼ੁਲਮ ਕਰਦਾ। ਅਤੇ ਫਿਰ ਅੱਜ ਤੇ ਜਿਵੇਂ ਖਾਲਸੇ ਦਾ ਸਹੀ ਰੂਪ ਵਿੱਚ ਰੂਪ ਦੇਖੋ, ਹਰ ਮਾਡਲ ਨੂੰ ਹੰਨੇ ਮੀਰੀ ਵਿੱਚ ਕਿਹਾ ਗਿਆ। ਹਰ ਬੰਦੇ ਨੂੰ ਆਟੋਨਮੀ ਦਿੱਤੀ ਜਾਏ, ਹਰ ਫੈਮਿਲੀ ਨੂੰ ਆਟੋਨਮੀ ਦਿੱਤੀ ਜਾਏ, ਹਰ ਸੋਸ਼ਲ ਲੈਵਲ 'ਤੇ, ਲੋਕਲ ਲੈਵਲ 'ਤੇ ਆਟੋਨਮੀ ਦਿੱਤੀ ਜਾਏ। ਇਸ ਤਰੀਕੇ ਦਾ ਸਿਸਟਮ ਰਨ ਹੋਏਗਾ, ਲੋਕਾਂ ਦੀਆਂ ਸਮੱਸਿਆਵਾਂ ਨੂੰ ਐਡਰੈਸ ਕਰ ਪਾਓਗੇ। ਜਿੰਨਾ ਸਿਸਟਮ ਜਿਹੜਾ ਆ ਇੱਕ ਫੈਡਰਲ ਸਟਰਕਚਰ ਵਿੱਚ ਆਉਂਦਾ ਜਾਏਗਾ, ਇੱਕ ਸੈਂਟਰਲ ਅਪਰੋਚ ਵਿੱਚ ਲੈ ਆਓਗੇ ਤੁਸੀਂ ਉਸ ਨੂੰ, ਉਹਦੇ 'ਚ ਲੋਕ ਪਿਸਣਗੇ, ਲੋਕ ਦਰਦ ਮਹਿਸੂਸ ਕਰਨਗੇ। ਜੇ ਆਪਾਂ ਇਹਨਾਂ ਮੁਲਕਾਂ 'ਚ ਆ ਕੇ ਦੇਖਦੇ ਹਾਂ ਨਾ ਕਿ ਇੱਕ ਹਿਊਮਨ ਬਿਹੇਵੀਅਰ ਦੇ 'ਚ ਇੱਕ ਇੰਪਰੂਵਮੈਂਟ ਦੇਖੀ ਜਾਂਦੀ ਹੈ, ਉਹਦਾ ਕਾਰਨ ਇੱਥੋਂ ਦੀ ਫਰੀਡਮ ਹੈ, ਫਰੀ ਸੁਸਾਇਟੀ ਹੈ। ਉਹਦਾ ਕਾਰਨ ਇੱਥੋਂ ਦੇ ਜਿਵੇਂ ਦੇਖੋ ਮਿਊਨਿਸਪਲ ਗੌਰਮੈਂਟ ਤੋਂ ਲੈ ਕੇ ਅਤੇ ਫੈਡਰਲ ਗੌਰਮੈਂਟ ਤੱਕ ਆਪੋ ਆਪਣਾ ਹੱਕ ਹਕੂਕ ਆ। ਲੋਕਲ ਲੈਵਲ ਦੇ ਇਸ਼ੂ ਲੋਕਲ ਲੈਵਲ 'ਤੇ ਵਿਚਾਰੇ ਜਾਂਦੇ। ਹਾਂ, ਅਸੀਂ ਇਮੀਗ੍ਰਾਂਟ ਕਮਿਊਨਿਟੀ ਹੋਣ ਕਰਕੇ ਸਾਡੀ ਬਹੁਤੀ ਪਾਰਟੀਸਪੇਸ਼ਨ ਨਹੀਂ ਹੁੰਦੀ, ਸੌਰੀ ਟੂ ਸੇ, ਪਰ ਅਦਰਵਾਈਜ਼ ਕੋਈ ਡਿਸੀਜਨ ਵੀ ਲੈਣਾ ਆ ਉਹਦੇ ਵਾਸਤੇ ਟਾਊਨ ਹਾਲ ਮੀਟਿੰਗਸ ਹੁੰਦੀਆਂ ਨੇ, ਉਹਦੇ ਵਾਸਤੇ ਬਕਾਇਦਾ ਡਿਸਕਸ਼ਨਸ ਹੁੰਦੀ ਹੈ। ਜਿਨ੍ਹਾਂ ਨੇ ਡਾਇਰੈਕਟਲੀ ਅਫੈਕਟ ਹੋਣਾ ਆ ਉਹਨਾਂ ਲੋਕਾਂ ਦੀ ਇਨਵੋਲਵਮੈਂਟ ਹੁੰਦੀ, ਉਹਨਾਂ ਨੂੰ ਐਜੂਕੇਟ ਕੀਤਾ ਜਾਂਦਾ। ਇਹੀ ਤੇ ਗੁਰਮਤਿ ਦਾ ਸੰਕਲਪ, ਕਾਂਗਰੀਗੇਸ਼ਨ ਦਾ ਮਤਲਬ ਕੀ ਹੈ?
ਗੁਰਦੁਆਰਾ ਸੈਂਟਰਲ ਜਿਹੜਾ ਹੈਗਾ ਮਰਕਜ਼ੀ ਸਥਾਨ ਆ, ਓਪਨਲੀ ਹਰ ਚੀਜ਼ ਦੀ ਗੱਲ ਕਰਨੀ ਹੈ। ਮੈਂ ਗੁਰੂ ਕੇ ਹਜ਼ੂਰ ਬੈਠ ਕੇ ਇੱਥੇ ਗੁਰੂ ਨਾਨਕ ਸਾਹਿਬ ਦੀ ਬਾਤ ਕਰਾਂ, ਰਾਜੇਸ਼ੀ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ, ਗੁਰਬਾਣੀ ਅਲਾਓ ਕਰਦੀ। ਇੱਥੇ ਰਾਜਤੰਤਰ ਤੇ ਬਾਤ ਕਰੋ, ਇੱਥੇ ਸਮਾਜ ਤੰਤਰ ਤੇ ਬਾਤ ਕਰੋ, ਅਰਥਚਾਰੇ ਤੇ ਬਾਤ ਕਰੋ, ਲੋਕ ਵਿਹਾਰ ਤੇ ਬਾਤ ਕਰੋ, ਅਧਿਆਤਮੀ ਸੁਰ, ਹਾਂ ਉਹਦੇ ਤੇ ਵੀ ਬਾਤ, ਕਿਉਂਕਿ ਉਹ ਸੈਂਟਰਲ ਸੁਰ ਹੈ। ਪਰ ਹਰ ਰੂਪ ਦੇ ਅੰਦਰ ਖੈਰ ਜਿਹੜੀ ਬੇਨਤੀ ਕਰ ਰਹੇ ਸੀ, ਬਾਤ ਦੂਰ ਨਾ ਚਲੀ ਜਾਏ ਕਿ ਜਦੋਂ ਕਿਸੇ ਵੀ ਚੀਜ਼ ਦਾ ਇੱਕ ਬੜਾ ਮਤਲਬ ਇੱਕ ਸਿਲਵਰ ਬੁਲੇਟ ਦੇ ਨਾਲ ਹੱਲ ਲੱਭ ਲਿਆ ਜਾਏ ਵੀ ਇੱਕੋ ਹੱਲ ਹੈ, ਹੱਲ ਕੀ ਹੈ ਕਿ ਜਾਰ ਨੂੰ ਮਾਰੋ ਤੇ ਉਹਦੀ ਜਗ੍ਹਾ ਤੇ ਇੱਕ ਨਵਾਂ ਪੋਲੀਟੀਕਲ ਸਿਸਟਮ ਲੈ ਆਓ, then everything will be fine। ਕਿਵੇਂ ਹੋ ਸਕਦਾ ਹੈ? ਸਮੱਸਿਆਵਾਂ ਤੇ ਹਰ ਇੱਕ ਲੈਵਲ ਦੀਆਂ ਨੇ, ਉਹਨਾਂ ਦੀ ਕੰਪਲੈਕਸਿਟੀ ਨੂੰ ਸਮਝਣਾ ਸਭ ਚੀਜ਼ਾਂ ਦੇ ਵਿੱਚ। ਖੈਰ ਇੱਕ ਰੈਵੋਲੂਸ਼ਨ ਆਇਆ, ਹਾਲਾਂਕਿ ਇਹਦੇ ਬਾਬਤ ਵੀ ਆਉਂਦੇ ਦਿਨਾਂ ਦੇ ਵਿੱਚ ਜਦੋਂ ਲੋਕ ਹੋਰ ਐਜੂਕੇਟ ਹੋਣਗੇ, ਰੈਵੋਲੂਸ਼ਨ ਦੀ ਪਰਿਭਾਸ਼ਾ ਵੀ ਨਵੇਂ ਸਿਰੇ ਤੋਂ ਤੈਅ ਹੋਏਗੀ। ਵਾਟ ਡਜ਼ ਰੈਵੋਲੂਸ਼ਨ ਮੀਨ ਐਗਜ਼ੈਕਟਲੀ? ਜੇ ਗੁਰੂ ਸਾਹਿਬ ਦੇ ਜੀਵਨ ਕਾਲ ਨੂੰ ਦੇਖੋਗੇ ਤੇ ਇੱਕ ਜਿਹਨੂੰ ਕਿ ਅਸੀਂ ਚੀਜ਼ਾਂ ਨੂੰ ਇਵੋਲਵ ਕਰਨਾ ਕਹਿ ਲਓ, ਇੱਕ ਐਵੋਲੂਸ਼ਨ ਦੇ ਤੌਰ ਤੇ ਉਹਨਾਂ ਨੂੰ ਆਪਣੇ ਆਪ ਇਵੋਲਵ ਹੋਣ ਦੇਣਾ, ਹੌਲੀ ਹੌਲੀ ਸਹਿਜ ਪੱਕਾ ਸੋ ਮਿੱਠਾ ਹੋਏ, ਇੱਕ ਸਹਿਜ ਦੇ ਪੇਸ ਵਿੱਚ ਲੈ ਕੇ ਆਉਣਾ। ਓਵਰਨਾਈਟ ਚੇਂਜਸ ਦੇ ਉੱਤੇ ਤਰਜੀਹ ਨਾ ਦਿੱਤੀ ਗਈ, ਬਲਕਿ ਜ਼ਿੰਦਗੀਆਂ ਲਾ ਦਿੱਤੀਆਂ। 10 ਜੀਵਨ ਲਾਏ ਆਪਣੇ ਗੁਰੂ ਸਾਹਿਬ ਨੇ, ਫਿਰ ਇਕੱਲੇ 10 ਜੀਵਨ ਨਹੀਂ ਲਗਾਏ, ਇੱਕ ਲੈਵਲ ਤੇ ਲਿਆਂਦਾ ਜਿੱਥੇ ਬੇਤਹਾਸ਼ਾ ਸੈਕਰੀਫਾਈਸਿਸ ਵਾਸਤੇ ਕਮਿਊਨਿਟੀ ਤਿਆਰ ਕੀਤੀ। ਤੁਹਾਨੂੰ ਕਿਹਾ ਕਾਲੇ ਨਹੀਂ ਪੈਣਾ ਨਾ, ਸੈਕਰੀਫਾਈਸਿਸ ਦਾ ਰਾਹ ਆ। ਖੂਨ ਡੋਲ ਕੇ ਸਭ ਕੁਝ ਬਦਲੇਗਾ, ਪਰ ਬਦਲੇਗਾ ਬੜੇ ਇੱਕ ਪ੍ਰੋਪਰ ਮੁਹਾਜ ਦੇ ਵਿੱਚ। ਉਹਦੇ ਅੰਦਰ ਹਿਊਮਨ ਵੈਲਿਊਜ਼ ਪ੍ਰਮੋਟ ਹੋਣਗੀਆਂ, ਉਹ ਡਿੱਗਣਗੀਆਂ ਨਹੀਂ, ਉਹ ਨੁਕਸਾਨੀਆਂ ਨਹੀਂ ਜਾਣਗੀਆਂ। ਤੇ ਸੱਚ ਹੈ, ਜੇ ਸਿੱਖ ਕਰੈਕਟਰ ਦੀ ਕੋਈ ਅੱਜ ਅਸੀਂ ਇੱਜ਼ਤ ਕਰਦੇ ਹਾਂ, ਮਾਣ ਕਰਦੇ ਹਾਂ ਜਿਸ ਚੀਜ਼ ਦੇ ਉੱਤੇ, ਤੇ ਉਸੇ ਰੂਪ ਦੇ ਵਿੱਚ ਆ ਉਹ ਇੱਕੋ ਸਮੇਂ ਲੜਾਕਾ ਵੀ ਆ, ਉਹ ਆਪਣੇ ਵਾਸਤੇ ਆਪਣੇ ਸਰਵਾਈਵਲ ਲਈ ਵੀ ਜੂਝ ਰਿਹਾ, ਪਰ ਨਾਲ ਦੀ ਨਾਲ ਉਹ ਸੁਸਾਇਟੀ ਦਾ ਸੇਵੀਅਰ ਵੀ ਹੈ, ਉਹ ਰਾਖਾ ਵੀ ਹੈ ਗਰੀਬ ਦਾ, ਅਧਨੇ ਦਾ, ਨਤਾਣੇ ਦਾ। ਉਹ ਇੱਕੋ ਸਮੇਂ ਦੇ ਉੱਤੇ ਵਾਰੀਅਰ ਵੀ ਹੈ, ਉਸੇ ਸਮੇਂ ਉਹ ਸੰਤ ਵੀ ਹੈ, ਬਿਲਕੁਲ ਧਰਮੀ, ਜਿਹਦੇ ਕੋਲੋਂ ਧਰਮ ਦੀ ਖੁਸ਼ਬੂ ਤੋਂ ਬਿਨਾਂ ਕੁਛ ਨਹੀਂ ਹੋ ਰਿਹਾ ਹੁੰਦਾ। ਇਹ ਬੜੀ ਮੁਸ਼ਕਲ, ਇਹ ਬੜੀ ਲੰਬੇਰੀ ਸਟਰਗਲ ਤੋਂ ਬਾਅਦ ਗੁਰੂ ਸਾਹਿਬ ਲੈ ਕੇ ਆਏ ਉੱਥੇ। ਜੇ ਇੱਕ ਜ਼ਾਲਮ ਨੂੰ ਲਾ ਕੇ ਦੂਜਾ ਜ਼ਾਲਮ ਬਿਠਾ ਦਿਓਗੇ, ਕੀ ਫਰਕ ਪਏਗਾ? ਕੁਛ ਵੀ ਨਹੀਂ। ਇੱਕ ਜ਼ਾਰ ਜਾਏਗਾ, ਇੱਕ ਦੂਸਰਾ ਜ਼ਾਰ ਆ ਜਾਏਗਾ। ਰਾਜਿਆਂ ਦੇ ਬਦਲਿਆਂ ਵੀ ਕਦੇ ਧਰਤੀ ਦੇ ਉੱਤੇ ਕੁਛ ਬਦਲਿਆ ਗਿਆ? ਜਿਹੜੇ ਲੋਕ ਮਨਾਂ ਤੇ ਪ੍ਰਭਾਵ ਛੱਡ ਕੇ ਲੋਕ ਸੁਭਾਵਾਂ ਨੂੰ ਬਦਲਣਾ, ਇਹ ਤੇ ਬੜਾ ਔਖਾ ਕੰਮ ਹੈ ਭਾਈ। ਇਹ ਸਾਰੇ ਨੂੰ ਅਸਲ 'ਚ ਸਹੀ ਰੂਪ ਵਿੱਚ ਕਿਹਾ ਜਾਏ ਕਿ ਇਹ ਰੈਵੋਲੂਸ਼ਨ ਹੈ। ਖੈਰ ਜਿੱਥੇ ਬੇਨਤੀ ਕਰ ਰਹੇ ਸੀ ਉੱਤੇ ਫੋਕਸ ਕਰਾਂ। ਇੱਕਦਮ ਕੀ ਹੋਇਆ, ਜ਼ਾਰ ਦਾ ਉਹ ਸਾਰਾ ਨਿਜ਼ਾਮ ਚਲਾ ਗਿਆ, ਉਹਦੇ ਬਦਲੇ ਦੇ ਵਿੱਚ ਉੱਥੇ ਕਮਿਊਨਿਜ਼ਮ ਆਇਆ। ਕਮਿਊਨਿਜ਼ਮ ਦਾ ਇੱਕ ਆਪਣਾ ਤਸੱਵੁਰ ਹੈਗਾ ਕਿ ਇੱਕੋ ਵਿਚਾਰਧਾਰਾ ਸੁਪੀਰੀਅਰ ਹੈ, ਬਾਕੀ ਸਭ ਲਈ ਕੋਈ ਜਗ੍ਹਾ ਨਹੀਂ ਹੈ। ਉਹਦੇ 'ਚ ਫਿਰ ਇੱਕ ਨਵਾਂ ਓਪਰੇਸ਼ਨ ਬਿਲਟ ਹੋਇਆ। ਉਹਦੀ ਗਰੀਫ ਕਹਾਣੀ ਇੱਕ ਸਮਾਜਿਕ ਤਾਣੇ ਪੇਟੇ ਦੀ ਇੱਕ ਹਾਲਤ ਨੂੰ ਬਿਆਨ ਕਰਦੀ ਹੈ। ਆਪ ਦੇਖੋਗੇ, ਹਾਂ, ਜਿਵੇਂ ਕਿਹਾ ਗਿਆ ਕਿ ਕਮਿਊਨਿਜ਼ਮ ਨੇ ਸਭ ਨੂੰ ਕੰਮੇ ਲਾ ਦਿੱਤਾ। ਹੁਣ ਸਾਰਿਆਂ ਨੂੰ ਕੰਮੇ ਤੇ ਲਾ ਦਿੱਤਾ, ਸਾਰੇ ਹੱਥਾਂ ਨੂੰ ਕੰਮ ਦੇ ਦਿੱਤੇ, ਪਰ ਐਕਚੁਅਲ ਲੈਵਲ ਤੇ ਉਹਨਾਂ ਦੀ ਜਿਹੜੀ ਓਵਰਆਲ ਵੈਲਬੀਇੰਗ ਸੀ, ਜ਼ਿੰਦਗੀ ਦੇ ਵਿੱਚ ਬੈਟਰਮੈਂਟ ਸੀ, ਅਪਲਿਫਟਿੰਗ ਸੀ, ਉਹ ਹੋਈ ਕਿ ਨਹੀਂ ਹੋਈ? ਜੇ ਉਹਨਾਂ ਦੇ ਕੋਲ ਆਪਣੇ ਜੋਗਾ ਹੀ ਟਾਈਮ ਨਾ ਬਚਿਆ, ਪਰਿਵਾਰਾਂ ਜੋਗਾ ਟਾਈਮ ਨਾ ਬਚਿਆ, ਸਮਾਜ ਦੇ ਵਿੱਚ ਕੁਝ ਸੋਚਣ, ਮਾਨਣ, ਅਹਿਸਾਸਣ ਦਾ, ਤੇ ਉਹਨਾਂ ਦੀ ਆਵਾਜ਼ ਹੀ ਨਾ ਰਹੀ, ਤੇ ਫਿਰ ਉਹ ਸਿਰਫ ਇੱਕ ਰੋਬੋਟਸ ਤੋਂ ਬਿਨਾਂ ਕੁਛ ਵੀ ਨਹੀਂ ਰਹਿ ਜਾਣਗੇ। ਲੋਕ ਅਕਸਰ ਜਦੋਂ ਵੈਟ ਸ਼ਾਪਸ ਵਗੈਰਾ ਵਿਜ਼ਿਟ ਕਰਕੇ ਆਉਂਦੇ ਤਾਈਵਾਨ ਵਿੱਚ, ਚਾਈਨਾ ਵਿੱਚ, ਦੈਨ ਦੇ ਸ਼ੇਅਰ ਦੀਸ ਕਾਈਂਡ ਆਫ ਐਕਸਪੀਰੀਅੰਸਿਸ ਕਿ ਬਸ ਇਸ ਤਰ੍ਹਾਂ ਆ ਜਿਵੇਂ ਜਾਨਵਰਾਂ ਦੇ ਖੁੱਡੇ ਬਣੇ ਨੇ, ਫਲੈਟ ਬਣੇ ਨੇ, ਉਹਨਾਂ ਫਲੈਟਾਂ ਦੇ ਵਿੱਚੋਂ ਲੋਕੀ ਨਿਕਲਦੇ ਨੇ ਲਾਈਨਾਂ ਬੰਨ੍ਹ ਕੇ, ਬਸ ਆਪਣੇ ਕੰਮ ਤੇ ਲਗਾਉਂਦੇ, ਫਿਰ ਦੁਬਾਰਾ ਲਾਈਨਾਂ ਬੰਨ੍ਹ ਕੇ ਜਾ ਕੇ ਬਸ ਖਾ ਕੇ ਸੋ ਜਾਂਦੇ, ਬਸ ਇਹੀ ਚੀਜ਼ ਹੋਈ ਜਾਂਦੀ। ਇਹੋ ਜਿਹਾ ਜੀਵਨ ਜਿਹੜਾ ਆ, ਉਹਦੇ 'ਚ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਉਹ ਮਰ ਜਾਂਦੀਆਂ। ਜੇ ਸਹੀ ਤਰ੍ਹਾਂ ਕਿਹਾ ਜਾਏ ਤਾਂ ਮਨੁੱਖ ਹੀ ਮਰ ਜਾਂਦਾ। ਗਰੀਫ ਕਹਾਣੀ ਆ ਉਹਦੇ 'ਚ ਇੱਕ। ਉਹ ਗਰੀਫ ਇਹ ਹੈ ਕਿ ਇੱਕ ਤਾਂਗੇ ਵਾਹੁਣ ਵਾਲਾ ਬੰਦਾ ਆ, ਤਾਂਗਾ ਵਾਹੁਣ ਵਾਲਾ ਬੰਦਾ ਆ, ਜਿਹੜਾ
ਇੱਕ ਜਿਹੜੀ ਹੌਰਸ ਵੈਗਨ ਹੁੰਦੀ ਹੈ, ਘੋੜਾ ਅਤੇ ਬੱਗੀ, ਉਹ ਚਲਾਉਂਦਾ ਆ ਅਤੇ ਉਹਦਾ ਪੁੱਤ ਮਰ ਜਾਂਦਾ ਹੈ ਅਤੇ ਉਹ ਵਿਚਾਰੇ ਨੂੰ, ਕਿਉਂਕਿ ਕੰਮ ਕਰਨਾ ਪੈਣਾ ਜ਼ਰੂਰੀ ਹੈ, ਕੰਮ ਸਾਰਿਆਂ ਵਾਸਤੇ ਲਾਜ਼ਮੀ ਹੈ, ਅਤੇ ਉਹਨੂੰ ਫਿਰ ਕੰਮ 'ਤੇ ਵਾਪਸ ਆਉਣਾ ਪੈਂਦਾ ਹੈ। ਅਤੇ ਜਿਹੜਾ ਕੋਈ ਉਹਦੇ ਬੱਗੀ ਦੇ ਵਿੱਚ ਬੈਠਦਾ ਆ, ਖਾਸ ਕਰਕੇ ਪੈਸੇਂਜਰ ਕਹਿ ਲਓ, ਅਤੇ ਉਹ ਉਹਦੇ ਨਾਲ ਆਪਣਾ ਦੁੱਖ ਸ਼ੇਅਰ ਕਰਨਾ ਚਾਹੁੰਦਾ ਹੈ। ਉਹ ਸੋਚਦਾ ਮੈਨੂੰ ਪੁੱਛੇ ਤੂੰ ਉਦਾਸ ਕਿਉਂ ਹੈ, ਉਹ ਸੋਚਦਾ ਮੇਰੇ ਨਾਲ ਗੱਲ ਕਰੇ, ਤਾਂ ਕੋਈ ਉਹਦੇ ਨਾਲ ਗੱਲ ਨਹੀਂ ਕਰਦਾ, ਕਿਉਂਕਿ ਸਾਰੇ ਆਪ ਆਪਣੇ ਦੁੱਖ 'ਚ ਬਿਜ਼ੀ ਨੇ। ਕੌਣ ਕਿਸੇ ਦਾ ਜਿਹੜਾ ਹੈਗਾ ਰੋਗ ਸੁਣੇ, ਕੌਣ ਕਿਸੇ ਦਾ ਦੁੱਖ ਸੁਣੇ। ਉਹ ਅਖੀਰ ਬੜੀ ਐਫਰਟ ਵੀ ਪਾਉਂਦਾ ਕਿਸੇ ਨੂੰ ਬੋਲ ਕੇ ਦੱਸਾਂ, ਮੈਂ ਦੱਸ ਨਹੀਂ ਪਾਉਂਦਾ। ਫਿਰ ਉਹ ਕਰਦਿਆਂ ਇੱਕ ਐਸਾ ਲੈਵਲ ਆਉਂਦਾ ਹੈ, ਉਹ ਆਪਣੇ ਆਪ ਨੂੰ ਬੰਨ੍ਹ ਨਹੀਂ ਪਾਉਂਦਾ, ਫਿਰ ਉਹ ਰੁੱਝ ਜਾਂਦਾ। ਅਤੇ ਰੁੱਝਦਾ ਪਤਾ ਕਿਵੇਂ? ਫਿਰ ਉਹ ਫਿਰ ਸਾਰਾ ਦੁੱਖ ਆਪਣੇ ਘੋੜੇ ਨੂੰ ਸੁਣਾਉਂਦਾ। ਘੋੜੇ ਨੂੰ ਕੀ ਸਮਝ ਮਨੁੱਖ ਦੇ ਜਜ਼ਬਾਤਾਂ ਦੀ, ਘੋੜੇ ਨੂੰ ਕੀ ਸਮਝ ਉਹਦੇ ਦੁੱਖ ਦੀ। ਫਿਰ ਉਹ ਸਾਰਾ ਫਿਰ ਬੋਲ ਕੇ ਫਿਰ ਘੋੜੇ ਨੂੰ ਕਹਿੰਦਾ, ਥੈਂਕਸ, ਐਟ ਲੀਸਟ ਯੂ ਲਿਸਨ ਮੀ। ਇਹ ਮਨੁੱਖ ਦੀ ਬਹੁਤ ਨਿੱਘਰ ਜਾਣ ਵਾਲੀ ਹਾਲਤ ਉਹਨੇ ਬਿਆਨ ਕੀਤੀ। ਮਨੁੱਖ ਦੇ ਦਰਦ ਦਾ ਭਾਈਵਾਲ ਨਾ ਰਿਹਾ। ਅਤੇ ਇਹ ਚੀਜ਼ ਜਦੋਂ ਸਮਾਜ 'ਚ ਅਸੀਂ ਦੇਖੀਏ ਨਾ, ਦੇਖੋ ਇੱਕ ਵਰਡ ਐਂਪਥੀ ਯੂਜ਼ ਕੀਤਾ ਜਾਂਦਾ ਆ। ਜਿੱਥੇ ਕਿਤੇ ਵੀ ਕੋਈ ਗਲਤੀ, ਕੋਈ ਗੁਸਤਾਖੀ, ਕੋਈ ਐਰਰ, ਕੋਈ ਮਿਸਟੇਕ, ਕੁਛ ਵੀ ਹੋਏ, ਉਹਨੂੰ ਜੱਜ ਕਰਕੇ ਪਨਿਸ਼ ਕਰਨਾ, ਟੌਂਟ ਕਰਨਾ, ਉਹਦੇ ਕੌਨਸੀਕੁਐਂਸਿਸ ਦੇਣੇ, ਇਹ ਤਾਂ ਮੁੱਢ ਕਦੀਮਾ ਤੋਂ ਰਿਹਾ। ਐਕਚੁਅਲੀ ਗੱਲ ਇਹ ਹੈ, ਜਿਵੇਂ ਤੁਸੀਂ ਇੱਥੇ ਹੀ ਜਾਣੋ, ਪ੍ਰਿਜ਼ਨ ਤੱਕ ਪਹੁੰਚਣ ਵਾਲੇ ਬੰਦੇ ਨੂੰ ਵੀ ਉਹ ਜਿਹੜਾ ਵਰਡ ਯੂਜ਼ ਕੀਤਾ ਜਾਂਦਾ, ਉਹ ਯੂਜ਼ ਕੀਤਾ ਜਾਂਦਾ ਹੈ ਕਰੈਕਸ਼ਨ। ਇਹ ਬੜੇ ਵੱਡੇ ਐਵੋਲੂਸ਼ਨ ਵਿੱਚੋਂ ਨਿਕਲੀ ਇਹ ਚੀਜ਼ ਕਿ ਬੰਦੇ ਨੂੰ ਕਰੈਕਟ ਕਰਨਾ ਆ, ਇਹਨੂੰ ਮਦਦ ਦੇਣੀ ਹੈ। ਇਹ ਰੂਪ ਗੁਰਮਤਿ ਆਸ਼ੇ ਨੇ ਸਾਨੂੰ ਬਾਣੀ ਦੇ ਜ਼ਰੀਏ, ਉਪਦੇਸ਼ਾਂ ਦੇ ਜ਼ਰੀਏ ਸਮਝਾਇਆ। ਕੋਈ ਪਰਫੈਕਟ ਨਹੀਂ ਹੈਗਾ, ਕਿਸੇ ਨੂੰ ਜੱਜ ਨਾ ਕਰ। ਜਦੋਂ ਬੰਦਾ ਕਿਸੇ ਰਾਹ 'ਤੇ ਤੁਰਦਾ, ਕੋਈ ਠੋਕਰ ਖਾਂਦਾ, ਗਲਤੀ ਹੁੰਦੀ, ਕੁਛ ਹੁੰਦਾ, ਕਦੀ ਉਹਦੇ ਲੈਵਲ 'ਤੇ ਜਾ ਕੇ ਦੇਖ ਉਹਦੇ ਦੁੱਖ ਦਾ ਕੀ ਹਾਲ ਹੋਏਗਾ। ਫਿਰ ਬੰਦਾ ਕਈ ਵਾਰੀ ਸੋਚਦਾ ਮੈਂ ਆਪਣਾ ਦੁੱਖ ਕਿੱਥੇ ਬਿਆਨ ਕਰਾਂ। ਬਾਬਾ ਜੀ ਨੇ ਕਿਹਾ ਤੂੰ ਇੱਕ ਕੰਮ ਕਰ, ਗੁਰੂ ਅਤੇ ਰੱਬ ਨੂੰ ਆਪਣਾ ਸੰਗੀ ਸਮਝ, ਉਹਦੇ ਨਾਲ ਸ਼ੇਅਰ ਕਰ। ਜਦੋਂ ਗੁਰੂ ਅਤੇ ਰੱਬ ਨਾਲ ਅਸੀਂ ਸ਼ੇਅਰ ਕਰਦੇ ਹਾਂ, ਫਿਰ ਇਹਦੇ 'ਚ ਇਹ ਹੈ, ਗੁਰੂ ਅਤੇ ਰੱਬ ਨੂੰ ਮੰਨਣ ਵਾਲੇ ਲੋਕ ਵੀ ਆ ਜਾਂਦੇ ਨੇ। ਆਪ ਨੇ ਤੂਤਾਂ ਵਾਲਾ ਖੂਹ ਸ਼ਾਇਦ ਨਾਵਲ ਪੜ੍ਹਿਆ ਹੋਏ, ਜੇ ਨਹੀਂ ਪੜ੍ਹਿਆ ਤਾਂ ਪੜ੍ਹਨ ਵਾਲਾ ਨਾਵਲ ਹੈ, ਸੋਹਣ ਸਿੰਘ ਸੀਤਲ ਢਾਡੀ ਹੋਰਾਂ ਦਾ, ਕਮਾਲ ਦਾ, ਕੁਝ ਮਤਲਬ ਕਮਾਲ ਦੀਆਂ ਚੀਜ਼ਾਂ ਉਹਨਾਂ ਲਿਖੀਆਂ ਨੇ। ਉਹਨਾਂ 'ਚੋਂ ਨਾਵਲ ਹੈ, ਉਹਦੇ 'ਚੋਂ ਅਕਾਲੀ ਕਰੈਕਟਰ ਦੀ ਗੱਲ ਕਰਦੇ ਨੇ। ਇੱਕ ਬਾਬਾ ਅਕਾਲੀ ਕਰੈਕਟਰ ਹੈ, ਕਮਾਲ ਰੂਹਾਨੀ ਕਰੈਕਟਰ ਹੈ ਇੱਕ। ਉਹਦੇ ਕੋਲ ਮੁਸਲਮਾਨ ਵੀ, ਹਿੰਦੂ ਵੀ, ਸਿੱਖ ਵੀ, ਹਰ ਤਰ੍ਹਾਂ ਦੀ, ਕਿਉਂਕਿ ਉਹ 47 ਦੇ ਆਲੇ ਦੁਆਲੇ ਦਾ ਆ। ਜਦੋਂ ਨਫ਼ਰਤ ਦੀ ਅੱਗ ਬੜੀ ਫੈਲ ਰਹੀ ਹੈ, ਇੱਕ ਸਾਂਝਾ ਕਿਰਦਾਰ ਉਸਰਦਾ ਉਸ ਰੂਪ ਦੇ ਵਿੱਚ। ਇਹ ਬਾਬਾ ਨੋਦ ਸਿੰਘ ਪੜ੍ਹਨ ਵਾਲਾ, ਭਾਈ ਵੀਰ ਸਿੰਘ ਜੀ ਦਾ। ਮੈਂ ਆਪਣੇ ਰੂਟਸ ਵਿੱਚ, ਆਪਣੀ ਵਿਰਾਸਤ ਵਿੱਚੋਂ ਤਾਂ ਗੱਲ ਕਰਦਾ ਕਿਉਂਕਿ ਇਹ ਗੱਲਾਂ ਸਾਡੇ ਮਨ ਨੂੰ ਬਹੁਤ ਜਲਦੀ ਅਪੀਲ ਕਰ ਜਾਂਦੀਆਂ ਨੇ। ਇਹ ਐਪਰੋਪਰੀਏਟ ਨੇ ਸਾਡੇ ਵਾਸਤੇ। ਅਸੀਂ ਆਪਣੇ ਆਪ ਨੂੰ ਆਪਣੀਆਂ ਜਨਰੇਸ਼ਨਸ ਵਿੱਚੋਂ ਰਿਫਲੈਕਟ ਹੁੰਦਾ ਹੋਇਆ ਵੇਖ ਸਕਦੇ ਹਾਂ। ਇਹ ਸਾਰੇ ਦੇ 'ਚ ਪਤਾ ਲੱਗਦਾ ਬੰਦੇ ਦੇ ਦੁੱਖ ਦਾ ਦਾਰੂ ਹੈ। ਦਾਰੂ ਕੌਣ ਹੈ? ਰੱਬ ਹੈ। ਰੱਬ ਦੇ ਬੰਦੇ ਨੇ, ਉਹਨਾਂ ਨਾਲ ਬਾਤ ਕੀਤੀ ਜਾਏ। ਸਾਡੇ ਘਰ ਕਿਹਾ ਗਿਆ, ਅਰਦਾਸ ਕਰੀ ਗੁਰੂ ਦੇ ਚਰਨਾਂ 'ਚ, ਰੱਬ ਦੇ ਚਰਨਾਂ 'ਚ। ਰੱਬ ਸੁਣਦਾ ਹੈ, ਉਹਦਾ ਸੁਭਾਅ ਮਾਫ਼ ਕਰਨ ਵਾਲਾ, ਬੜਾ ਬੇਨਤੀ, ਉਹ ਰਾਹ ਪਾ ਦਿੰਦਾ ਆ। ਸਾਹਿਬ ਜ਼ਿਕਰ ਕਰਦੇ ਨੇ, ਜਿਵੇਂ ਜੈਸੇ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਏ। ਜਿਵੇਂ ਬੱਚਾ ਆਇਆ ਆਪਣੇ ਸੁਭਾਅ ਕਰਕੇ ਲੱਖਾਂ ਅਪਰਾਧ ਕਮਾ ਲੈਂਦਾ, ਤੇ ਪਰ ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ। ਜਿਹੜਾ ਪਿਤਾ ਆ ਉਹ ਝਿੜਕਦਾ ਵੀ ਪਰ ਉਪਦੇਸ਼ ਵੀ ਦਿੰਦਾ। ਤੇ ਫਿਰ ਕਈ ਵਿਧਾਂ ਦੇ ਨਾਲ, ਕਈ ਤਰੀਕੇ ਹੁੰਦੇ ਨੇ ਉਹਦੇ ਸਮਝਾਉਣ ਦੇ। ਕੁਝ ਤਰੀਕਾ ਐਸਾ ਵੀ ਹੁੰਦਾ, ਦੇਖੋ ਅਸੀਂ ਆਮ ਹਾਊਸ ਹੋਲਡ ਵਿੱਚ ਪਲੇ ਹਾਂ, ਕਿਤੇ ਪਿਤਾ ਦਾ ਰੋਲ ਅਸੀਂ ਦੇਖਿਆ, ਕਿਤੇ ਪਿਤਾ ਦਾ ਰੋਲ ਆਪ ਕੀਤਾ ਆ। ਜਾਂ ਜੇ ਆਪਾਂ ਪਿਛੋਕੜ ਵਿੱਚ ਦੇਖੀਏ ਤੇ ਸਟ੍ਰੈਟਜੀ ਸਾਡੇ ਆਲੇ ਦੁਆਲੇ ਤੋਂ ਅਸੀਂ ਲਰਨ ਕਰਦੇ ਹਾਂ। ਕਿਤੇ ਮਾਂ ਬਾਪ ਚੁੱਪ ਰਹਿ ਕੇ, ਨਾ ਬੋਲ ਕੇ, ਕਿਤੇ ਜ਼ਿਆਦਾ ਬੋਲ ਕੇ, ਕਿਤੇ ਝਿੜਕ ਮਾਰ ਕੇ, ਕਿਤੇ ਬਹੁਤ ਜ਼ਿਆਦਾ ਉੱਚੀ ਆਵਾਜ਼ ਕਰਕੇ, ਥੋੜ੍ਹਾ ਬਹੁਤਾ ਕੋਈ ਪਨਿਸ਼ ਕਰਕੇ, ਕਈ ਤਰੀਕਿਆਂ ਨਾਲ ਸਮਝਾਉਂਦੇ।
ਰੱਬ ਦਾ ਵੀ ਇਹੀ ਤਰੀਕਾ ਢੰਗ ਆ। ਪਰ ਉਸ ਢੰਗ ਨੂੰ ਜੇ ਅਸੀਂ ਅਵੇਅਰ ਹੋ ਕੇ ਦੇਖੀਏ ਤੇ ਮੰਨੀਏ ਵੀ ਹਾਂ ਭਾਈ ਕੁਝ ਗਲਤੀ ਮਿਸਟੇਕ ਕੁਝ ਹੋਈ, ਕੁਝ ਔਗਣ ਆਏ, ਕੁਝ ਦੁੱਖ, ਕੁਝ ਕਿਸੇ ਕਿਸਮ ਦਾ ਐਰਰ ਹੋਇਆ ਤੇ ਮਾਲਕ ਨੇ ਆ ਕਸ਼ਟ ਦਿੱਤਾ ਮੈਨੂੰ, ਹੁਣ ਇਹਦੇ ਚੋਂ ਸਮਝ ਕੇ ਮੈਂ ਅੱਗੇ ਵਧਣਾ ਆ। ਬਾਬਾ ਜੀ ਇੱਥੇ ਇਸ ਰੂਪ ਵਿੱਚ ਬਿਆਨ ਕਰਦੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਕਿ ਕਹੀਏ ਕਾਏ ਪਿਆਰੇ ਤੁਝ ਬਿਨਾ, ਮੈਂ ਕਿਸੇ ਹੋਰ ਅੱਗੇ ਜਾ ਕੇ ਕੀ ਮਾਲਕ ਅਰਦਾਸ ਕਰਾਂ, ਬਿਨਤੀ ਕਰਾਂ, ਆਪਣੇ ਦੁੱਖ ਨੂੰ ਦੱਸਾਂ। ਮੇਰੇ ਦੁੱਖ ਦਾ ਭਾਈਵਾਲ ਤੂੰ ਹੀ ਆ, ਮੈਂ ਤੈਨੂੰ ਹੀ ਆਪਣਾ ਦੁੱਖ ਦੱਸਾਂਗਾ, ਮੈਂ ਤੇਰੇ ਸਾਹਮਣੇ ਆਪਣਾ ਦੁੱਖ ਬਿਆਨ ਕਰਦਾ ਹਾਂ। ਇੱਥੇ ਇੱਕ ਅਰਦਾਸ ਦਾ ਰੂਪ ਆ, ਮਾਲਕ ਮੈਂ ਔਗਣਾਂ ਦਾ ਮਾਰਿਆ ਹੋਇਆ ਤੇਰੇ ਸਾਹਮਣੇ ਅਰਜ਼ੋਈ ਕਰ ਰਿਹਾ। ਕਿਆ ਕਹੀਏ ਕਾਏ ਪਿਆਰੇ ਤੁਝ ਬਿਨਾ, ਤੁਮ ਦਇਆਲ ਸੁਆਮੀ ਸਭ ਅਵਗਣ ਹਮਾ। ਸਭ ਅਵਗਣ ਹਮਾ, ਅਸੀਂ ਤੇ ਇੱਕ ਔਗਣਾਂ ਦੀ ਮੂਰਤ ਹੈਗੇ ਆ। ਇਸ ਨੂੰ ਹੋਰ ਇਹਨੂੰ ਸਰਲ ਕਰਾਂ, ਜਿਵੇਂ ਸਪੋਜ਼ ਇਸ ਤਰ੍ਹਾਂ ਜਾਣੋ ਗੁਰੂ ਅਰਜਨ ਸਾਹਿਬ ਮਹਾਰਾਜ ਤੁਹਾਡੇ 'ਚ ਕੀ ਔਗਣ ਹੋਏਗਾ। ਗੁਰੂ ਅਰਜਨ ਸਾਹਿਬ ਆਪਣੇ ਤੇ ਬਾਤ ਟੁਕਾਉਂਦੇ, ਤੁਸੀਂ ਤੇ ਗੁਣਾਂ ਦੀ ਤਸਵੀਰ ਹੋ, ਗੁਣਾਂ ਦੇ ਗੁੱਥਲ ਹੋ, ਔਗਣਾਂ ਦੇ ਮਾਰੇ ਤਾਂ ਅਸੀਂ ਲੋਕ ਹਾਂ। ਪਰ ਬਾਬਾ ਜੀ ਸਾਨੂੰ ਮਲਟੀ ਡਾਇਮੈਂਸ਼ਨਲ ਵੇ ਦੇ ਨਾਲ, ਮਲਟੀ ਲੇਅਰਡ ਵੇ ਦੇ ਨਾਲ ਚੀਜ਼ਾਂ ਸਮਝਾ ਰਹੇ ਨੇ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਅਸਲ 'ਚ ਕੰਮ ਆਉਣ ਵਾਲੀਆਂ। ਹੁਣ ਬਾਤ ਇਸ ਤਰ੍ਹਾਂ ਆ ਕਿ ਘਰ 'ਚ ਬੱਚਾ ਆ ਤੇ ਬੱਚਾ ਕੋਈ ਮਿਸਟੇਕ ਕਰਦਾ ਤੇ ਅਸੀਂ ਉਹਨੂੰ ਕਹਿੰਦੇ ਵੀ ਤੂੰ ਤੇ ਬੜਾ ਬੈਡ ਆ, ਤੂੰ ਤਾਂ ਗਲਤੀ ਕਰਦੀ। ਤੇ ਬੱਚੇ ਨੂੰ ਰਿਅਲਾਈਜ਼ ਹੋਏਗਾ ਕਿ ਯੈਸ ਮੈਂ ਮਿਸਟੇਕ ਕਰਤੀ, ਗਲਤੀ ਕਰਤੀ। ਪਰ ਬੱਚੇ ਨੂੰ ਇਹ ਗਲਤੀ ਰਿਅਲਾਈਜ਼ ਕਰਾਉਣ ਦੀ ਬਜਾਏ ਜੋ ਕਿ ਆਪਣੀ ਗਲਤੀ ਸੁਣਾਈਏ ਤੇ ਵੀ ਬੱਚੇ ਗੱਲ ਇਹ ਹੋਈ ਕਿ ਤੂੰ ਤੇ ਚਲੋ ਆਹ ਕੰਮ ਕੀਤੀ ਨਾ। ਬਾਤ ਮੈਨੂੰ ਯਾਦ ਆ, ਸਾਡੇ ਇੱਥੇ ਇੱਕ ਸੱਜਣ, ਉਹਨਾਂ ਦਾ ਬੇਟਾ ਸਕੂਲ ਪੜ੍ਹਦਾ ਤੇ ਸਕੂਲ ਦੇ ਵਿੱਚ ਉਹਦੇ 2-3 ਐਪੀਸੋਡ ਐਸੇ ਹੋ ਗਏ ਉਹਦੇ ਉੱਤੇ ਮਤਲਬ ਇੱਕ ਤਰ੍ਹਾਂ ਦੇ ਨਾਲ ਚੀਜ਼ ਨੂੰ ਚੋਰੀ ਕਰਨ ਦਾ, ਥੈਫਟ ਦਾ ਉੱਤੇ ਬਲੇਮ ਆਇਆ। ਪਹਿਲਾਂ ਇੱਕ ਬੱਚੇ ਨੇ ਕਿਤੇ ਨੋਟ ਕੀਤਾ, ਫਿਰ ਦੂਸਰੇ ਨੇ, ਫਿਰ ਇੱਕ ਵਾਰ ਫਿਰ ਬਾਤ ਹੋਈ, ਟੀਚਰ ਨੇ ਉਸ ਨੂੰ ਬੁਲਾਇਆ ਤੇ ਉਹ ਟੀਚਰ ਨੇ ਕੁਛ ਕਿਹਾ ਵਗੈਰਾ ਪੇਰੈਂਟਸ ਨੂੰ, ਤੇ ਉਹ ਬੜੇ ਫੈਡ ਅਪ ਹੋਏ। ਡੈਫੀਨੇਟਲੀ ਮਨ ਵਿੱਚ ਆਇਆ ਕਿ ਬੱਚੇ ਨੂੰ ਪਨਿਸ਼ ਕਰੀਏ, ਇਸ ਤਰ੍ਹਾਂ ਕਰੀਏ, ਇਸ ਤਰੀਕੇ ਦੇ ਨਾਲ ਗੱਲਬਾਤ ਹੋਈ। ਖੈਰ ਸਮਹਾਓ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਕਿਹਾ ਠੀਕ ਆ, ਸਾਡੇ ਬੜੇ ਉਮਦਾ ਸੁਪਰਵਾਈਜ਼ਰ ਹੈਗੇ ਨੇ, ਐਜੂਕੇਸ਼ਨਲ ਸਾਈਕੋਲੋਜਿਸਟ, ਮੈਂ ਉਹਨਾਂ ਨੇ ਇਨਵੋਲਵ ਕੀਤਾ ਸੀ। ਐਕਚੁਅਲੀ ਇੱਕ ਤਰ੍ਹਾਂ ਦੇ ਨਾਲ ਬ੍ਰੇਨ ਸਟੋਰਮਿੰਗ ਵਾਸਤੇ ਐਫਰਟ ਪਾਈ। ਉਹਨਾਂ ਕਿਹਾ ਅੱਛਾ ਭਾਈ ਸਾਹਿਬ ਇਹ ਦੱਸੋ, ਆਪਣੇ ਆਪ ਨੂੰ ਇੱਕ ਪਲ ਲਈ ਸੋਚੋ, ਇਹਦੀ ਏਜ ਕਿੰਨੀ ਹੈ? ਇਹਦੀ ਏਜ ਇਸ ਵਕਤ ਹੈ ਜੀ 9 ਸਾਲ ਦੀ। ਠੀਕ ਹੈ, ਤੁਸੀਂ ਵੀ 9 ਸਾਲ ਦੀ ਏਜ 'ਚ ਹੋਵੋਗੇ। ਕਿਹੜਾ ਸਨ ਬਣਦਾ ਤੁਸੀਂ ਜਦੋਂ 9 ਸਾਲ ਦੇ ਸੀਗੇ? ਉਹਨਾਂ ਕੈਲਕੂਲੇਟ ਕਰਕੇ ਦੱਸਿਆ ਇਹ ਸਨ ਬਣਦਾ। ਅੱਛਾ ਯਾਦ ਕਰੋ ਉਸ 9 ਸਾਲ ਦੀ ਉਮਰ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਸੀ, ਸਕੂਲ ਕਿਹੜਾ ਸੀ, ਟੀਚਰ ਦਾ ਨਾਂ ਯਾਦ ਆਉਂਦਾ ਤੁਹਾਨੂੰ? ਲੰਮੀ ਚੌੜੀ ਗੱਲਬਾਤ ਹੋਈ, ਫਰੈਂਡ ਕੌਣ ਸੀਗਾ, ਕਿੱਥੇ ਰਹਿ ਰਹੇ ਸੀ, ਉਹਨਾਂ ਦੀ ਸਕੂਲਿੰਗ ਜਿਹੜੀ ਹੈਗੀ ਉਹ ਸੈਂਟਰਲ ਸਕੂਲ 'ਚ ਹੋਈ ਹੈ, ਵੱਖਰੀ ਵੱਖਰੀ ਜਗ੍ਹਾ 'ਤੇ ਫਾਦਰ ਸਾਹਿਬ ਜੋਬ ਕਰਦੇ ਸੀਗੇ, ਉਹ ਉਹਨਾਂ ਦੀ ਬਦਲੀ ਹੁੰਦੀ ਗਈ। ਖੈਰ ਉਹ ਕਰਦਿਆਂ ਕਰਦਿਆਂ ਕਾਫੀ ਮੈਮਰੀਜ਼ ਉਹਨਾਂ ਦੀਆਂ ਆ ਗਈਆਂ। ਉਹ ਕਹਿੰਦੇ ਹੁਣ ਕੁਝ ਸ਼ਰਾਰਤਾਂ, ਇਲਤਾਂ, ਕੋਈ ਬਦਮਾਸ਼ੀ, ਕੋਈ ਤੁਸੀਂ ਵੀ ਥੋੜ੍ਹੀ ਬਹੁਤੀ ਕੀਤੀ ਹੋਣੀ, ਕੋਈ ਯਾਦ ਆਉਂਦੀ ਹੈ? ਉਹ ਕਹਿੰਦੇ ਹਾਂ, ਕਹਿੰਦੇ ਮੇਰੇ ਵਾਲੀ ਨਾ ਪੁੱਛੋ, ਮੈਂ ਤੇ ਕਈ ਵਾਰੀ ਆਪ ਵੀ ਡਰ ਜਾਂਦਾ, ਪਤਾ ਨਹੀਂ ਕਿਵੇਂ ਬਚੇ ਰਹੇ, ਕੈਸੇ ਕੈਸੇ ਪੁੱਠੇ ਕੰਮ ਕੀਤੇ। ਖੈਰ ਉਹਨਾਂ ਬੜੀ ਮਤਲਬ ਇਸ ਤਰ੍ਹਾਂ ਕਹਿ ਲਓ ਕਿ ਬੜੀ ਭਏ ਵੇ ਵਾਲੀਆਂ ਕੁਝ ਗੱਲਾਂ ਸੁਣਾਈਆਂ। ਉਹ ਕਹਿੰਦੇ ਵੀ ਉਸ ਉਮਰ ਦੇ ਵਿੱਚ ਤੇ ਮੈਂ ਆਪਣੇ ਡੈਡ ਦੀ ਜਿਹੜੀ ਕਿਉਂਕਿ ਉਹਨਾਂ ਨੂੰ ਜਿਹੜਾ ਹੈਗਾ ਉਹ ਡਰਿੰਕ ਵਗੈਰਾ ਮਿਲਦੀ ਹੋਣੀ ਉੱਥੋਂ ਕੁਝ ਸਪੈਸ਼ਲ ਰੇਟ ਦੇ ਉੱਤੇ, ਤੇ ਕਹਿੰਦਾ ਕਿ ਉਹਦੇ ਵਿੱਚੋਂ ਕੁਝ ਉਹਨਾਂ ਦੀ ਅਲਕੋਹਲ ਚੋਰੀ ਕਰਕੇ ਇਸ ਏਜ ਦੇ ਵਿੱਚ ਮੈਂ ਉਹ ਬਾਹਰ ਕਿਸੇ ਹੋਰ ਨੂੰ ਕਿਸੇ ਹੋਰ ਚੀਜ਼ ਵਾਸਤੇ ਮਤਲਬ ਇੱਕ ਤਰ੍ਹਾਂ ਦਾ ਐਕਸਚੇਂਜ ਕਰਨ ਵਾਸਤੇ ਦੇ ਵੀ ਦਿੰਦਾ ਸੀਗਾ। ਇਹੋ ਜਿਹੀਆਂ ਚੀਜ਼ਾਂ ਵੀ ਕਰਦੇ ਰਹੇ ਤੇ ਉਹਦੇ 'ਚ ਉਹਨਾਂ ਪਾਣੀ ਪਾ ਦੇਣਾ, ਮਤਲਬ ਉਸ ਕਿਸਮ ਦੀਆਂ ਉਹਨਾਂ ਕਾਫੀ ਗੱਲਾਂ ਸੀ। ਕਹਿੰਦਾ ਉਸ ਏਜ ਦੇ ਵਿੱਚ, ਉਸ ਸਮੇਂ ਦੇ ਵਿੱਚ। ਕਹਿੰਦੇ ਭਾਈ ਸਾਹਿਬ ਹੁਣ ਇਸ ਬੱਚੇ ਦੇ ਪੈਰਾਂ 'ਚ ਖੜੇ ਹੋ ਕੇ ਆਪਣੇ ਆਪ ਨੂੰ ਦੇਖੋ। ਚਲੋ ਇਹ ਗੱਲ ਤੇ ਬੜੀ ਮਤਲਬ ਵੱਡੀ ਹੈ, ਐਵੇਂ ਦੀ ਗੱਲ ਤੇ ਨਾ ਕਿਹਾ ਜੇ, ਪਰ ਕੁਝ ਛੋਟੀਆਂ 2-4 ਚੀਜ਼ਾਂ ਵਿੱਚੋਂ ਡਿਸਕਸ ਕੀਤੀਆਂ। ਇਹ ਬੱਚੇ ਆਪਣੇ ਨਾਲ ਗੱਲ ਕਰਿਆ ਜੇ, ਉਹਨੂੰ ਦੱਸਿਆ ਜੀ ਬੇਟਾ ਸਮ ਟਾਈਮ ਇਟ ਸੀਮਸ ਨਾਰਮਲ ਇਨ ਦਿਸ ਏਜ, I have gone through with these kind of issues,
बट आई एम आस्किंग यू, इज इट गुड थिंग? तू दस मैनू, जे तेरा फादर इस एज इहो जे काम करता सीगा, ये ठीक आ? डेफिनेटली बच्चे का रिस्पॉन्स होएगा डैड नो। दैन बेटा जे आपां भी इस एज च कर रहे हैं, तुसीं दसो ठीक है नो हाँ। हुण बेटा गल ये है कि मैं तो उदों मेरे नाल ते कदी किसी ने गल नहीं की, तो मैं तो किसी तो कोई हैल्प मिल नहीं सकी। हुण यह है भी तू आपां अपने नाल गल की तो अपना कोल पॉजिटिव चीज़ ये बन गई कि आपां हुण इस चीज़ दे विचों निकल सकते हैं। ते उहदे लई मैनू तू दस मैं तेरी किवें हैल्प करा। जे तू कोई आप प्लान बना ले तो दैट्स गुड, अदरवाइज मैनू अलाउ कर मैं प्लान बनाना। कोई बात राय पै गई। जे गुरु साहब दे जीवन काल विच असीं देखदे हां, गुरु साहब एडे एडे वड्डे अपराधियां नूं, चोरां नूं, डाकुआं नूं, कातलां नूं मोड़ के धर्म दे राह ते लैके आ, धर्मी बना दिता। कल्ला ये नहीं गा, आप बाबा बंदा सिंह बहादुर की बात कर रहे थे, जिहदा तखल्लस ही बहादुर हो गया, लड़ाका वॉरियर योद्धा होया कि तीर कमान चलाया, जानवर मर गया उस तीर कमान दे नाल, उहदे दो बच्चे मर गए, मन एकदम जिहड़ा हैगा वो इतना भयभीत हो गया, बस सब कुछ छड्ड पट के बैरागी बन के बैठ गए। आप एहसास करो किड्डी वड्डी ट्रांसफॉर्मेशन है, किन्नी वड्डी चेंज आ तो गुरु बाबा जी ने की है। सो सारा संदेश महाराज बयान करते, पर पॉसीबल उदों है जिवें आज इत्थे जिक्र आया कि तुसी किसी होर नूं, खास करके जिवें किसी की मदद करनी है, उहदी जगह ते खड़े होवो दो पल। जिवें बात की मल्टी लेड मैसेज है, बच्चे नाल गल करदे हैं, बच्चे नूं अपनी कहानी सुना, मैं तुहानूं मेरी कहानी सुणाना, उन्होंने उहदी कहानी रिफ्लैक्ट करेगी, लैवल ते लै आवे। गुरु अपनी कहानी सुणाउंदा, हालांकि गुरु ते गुणां दा गुत्थल है। गुरु अर्जन साहब बारे कहा जाता, तैं जन्मत गुरमत ब्रह्म पछाणिओ, तुसीं ते जन्मजात ब्रह्म रूप सीगे, तुहाडी पहली आवाज़ विच ही ब्रह्म सीगा, तुहानूं ते बचपन तो ही क्या सीगा, दोहिता बाणी का बोहिता। इत्थे बाणी दा बोहित ही है गुरु अर्जन साहब, पर महाराज ने जो इत्थे बात की वो सानू सिखाण वास्ते क्या, तुम दयाल स्वामी सब अवगण हमा, औगणा दे मारे असी लोग हाँ, ते तू मालक दया दा सोमा है, जे तू तरस दे कारे चाहे तो की नहीं कर सकता। इनू इस तरह भी जानो, माड़ी च बचन पढ़ते हैं, जो मंदिर को थम है थमन, गुर का शब्द मन है अस्थमन, जो पाखान नाव चढ़ तरह, प्राणी गुरचरण लगत निस्तर। जिवें पत्थर आ, पत्थर ते पानी च रखांगे तो डुब जाएगा, जिदे च पॉसिबिलिटी है कि माड़ा जिहा किते मौका बनया तो औगणा की खान च जा डिगेगा। जे वो पत्थर किसी बेड़ी च रख दोगे नहीं डुबेगा। अपने आप को किसी हायर स्कूल के नाल एसोसीएट कर लेना, तो हायर स्कूल गुरु है, गुरु की संगत है, इहो जिहा अहदनामा लै लेना, हर रोज़ बाणी नाल जुड़ जाना, जे वक्त बने बाणे नाल जुड़ जाना, जीवन बदल जाएगा। आ गुरु साहब कहिंदे कि राखा तू है, मैं ते औगणा दी पांडे हाँ, पर जे तू तरस दे घर विच आवें तो फिर मालक ये कर सकते, तुम दयाल स्वामी सब अवगण हमा, तू तरस दा घर है, तो असी औगणा दे मारे हुए लोग। शुरुआती एक बंद कह के वाइंड अप कर देने आ। दोष ना काहूं दीजिए प्रभ अपना ध्याई है, दोष ना काहूं दीजिए प्रभ अपना ध्याई है। जे तो ब्लेम गेम च लग जाए बंदा, मोस्टली ब्लेम गेम च बहुत जाता है, क्योंकि हर मिसटेक नूं, हर एरर नूं जस्टिफाई तो करना होया ना, अदरवाइज मन दे विच सह नहीं सकेगा बंदा, बंदा गिल्टी फील करता, क्योंकि जिहड़ा साडा इनर इंस्टिंक्ट आ, इन मदर नेचर ने एवें दा बनाया, सही ते गलत दा तवाजन तकड़ी च धर के तोड़ दिंदा। असी किसी नूं कहीए ना कहीए, आप कदी देखोगे जिथे किते साडे तो कोई एरर मिसटेक होए, किसी नूं सानूं नोटिस कराउण दी लोड़ ही नहीं हैगी, साडा मन आप ही नोटिफाई कर लैंदा है समथिंग इज़ नॉट गुड। तो गल ये दूजे भी भावें कोई कहे ना कि उन्होंने भी पता लग जाता है, एक इनर सेंस आ इस लैवल की। इत्थे फिर ये चीज़ आ, उस आवाज़ नूं दबाण वास्ते बंदा फिर वध बोलदा, बंदा फिर जस्टिफाई करता, बंदा फिर किसी ना किसी तरीके दे नाल, ते फिर ये भी है, फिर कोई ना कोई दोषी भी लभना पैंदा, फिर किसी नूं ब्लेम भी देना पैंदा। गुरु महाराज कहंदे काहदे लई, अपने आप ते ध्यान दे। डेफिनेटली जीवन दे च विचरदियां होया जदों साडा ध्यान चूक जाता, जिवें आप भुल की गल की,
आप ਸਪੋਜ਼ ਕਰੋ ਉਮਦਾ ਤੋਂ ਉਮਦਾ ਮਤਲਬ ਇਹਨਾਂ ਮੁਲਕਾਂ ਦੇ ਵਿੱਚ ਡਰਾਈਵਿੰਗ ਵਾਸਤੇ ਥਿਊਰੀ ਪੜ੍ਹਾਈ ਜਾਂਦੀ, ਪ੍ਰੈਕਟੀਕਲ ਸਿਖਾਏ ਜਾਂਦੇ, ਬਕਾਇਦਾ ਡਰਾਈਵਿੰਗ ਸਕੂਲ ਨੇ, ਇੰਸਟਰਕਟਰਸ ਹੈਗੇ ਨੇ। ਫਿਰ ਉਸ ਤੋਂ ਬਾਅਦ ਐਗਜ਼ਾਮਿਨ ਹੁੰਦੇ, ਐਗਜ਼ਾਮ ਕੀਤਾ ਜਾਂਦਾ, ਐਗਜ਼ਾਮਿਨ ਕਰਕੇ ਤੁਹਾਨੂੰ ਲਾਇਸੈਂਸ ਦਿੱਤਾ ਜਾਂਦਾ। ਫਿਰ ਰੋਡ ਦੇ ਉੱਤੇ ਇਤਨੀ ਜ਼ਿਆਦਾ ਸਾਇੰਸ ਤੋਂ ਲੈ ਕੇ ਹਰ ਚੀਜ਼ ਉਸ ਲੈਵਲ 'ਤੇ, ਐਕਸੀਡੈਂਟ ਨਹੀਂ ਹੁੰਦੇ ਨੇ ਕਿ ਸਾਰੇ ਬੈਡ ਡਰਾਈਵਰ ਨੇ, ਨਹੀਂ। ਫਿਰ ਮੋਸਟਲੀ ਕੀ ਹੁੰਦਾ, ਮਾੜੀ ਜਿਹੀ ਨਜ਼ਰ ਚੁੱਕੀ ਨਹੀਂ ਸੱਜੇ ਖੱਬੇ ਹੋਇਆ ਨੇ ਤੇ ਹੋ ਜਾਂਦਾ। ਇਹਦੇ ਲਈ ਤੁਸੀਂ ਕਹੋ ਕਿ ਬੰਦੇ ਨੂੰ ਭਾਈ ਹਾਂ ਪਈ ਇਸ ਰੂਪ ਨਹੀਂ, ਪਰ ਇਹ ਸੱਚਾਈ ਹੈ ਕਿ ਉੱਥੇ ਜਾ ਕੇ ਵੀ ਜੇ ਬੰਦਾ ਜੇ ਸਿਰਫ ਇਹੀ ਕਹੇਗਾ ਕਿ ਨਹੀਂ 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 ਫਲਾਣੇ ਦਾ ਦੋਸ਼, ਫਲਾਣੇ ਦਾ ਦੋਸ਼, ਨਾ, ਅਹਿਸਾਸ ਕਰ ਕਿਤੇ ਥੋੜਾ ਚੂਕ ਗਿਆ, ਧਿਆਨ ਨਹੀਂ ਰਿਹਾ। ਇਹ ਚੀਜ਼ ਇਹ ਸਭ ਨੇ ਬਿਆਨ ਕੀਤਾ। ਇੱਥੇ ਬਚਨ ਹੈ, ਦੋਸ਼ ਨਾ ਕਾਹੂ ਦੀਜੀਏ ਪ੍ਰਭ ਆਪਣਾ ਧਿਆਈਏ, ਪ੍ਰਭੂ ਵੱਲ ਧਿਆਨ ਲੈ ਕੇ ਜਾ। ਇੱਥੋਂ ਹੀ ਬਾਤ ਆਉਂਦੇ ਕੱਲ ਸ਼ੁਰੂਆਤ ਕਰਾਂਗੇ। ਅੱਜ ਕਿਉਂਕਿ ਸਮੇਂ ਨੇ ਆਪਣਾ ਪੰਧ ਮੁਕਾ ਦਿੱਤਾ ਆ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ, ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।